ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਸੁਖਮਣੀ ਮਹੱਲੇ ਪੰਜਵੇਂ ਦੀ ਬਾਣੀ, ਜਿਸ ਵਿੱਚ ਆਪਾਂ 9 ਸ਼ਲੋਕ ਤੇ 9 ਅਸ਼ਟਪਦੀਆਂ ਵਿਚਾਰ ਚੁੱਕੇ ਹਾਂ। ਅੱਜ ਆਪਾਂ 10ਵਾਂ ਸ਼ਲੋਕ ਤੇ 10ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ। ਸਤਿਗੁਰੂ ਜੀ ਸਮਝਾਉਂਦੇ ਨੇ ਸ਼ਲੋਕ ਦੇ ਵਿੱਚ, ਉਸਤਤ ਕਰਹਿ ਅਨੇਕ ਜਨ, ਅੰਤ ਨਾ ਪਾਰਾ ਭਾਰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਦੀ ਅਨੇਕਾਂ ਜਨ ਉਸਤਤ ਕਰਦੇ ਨੇ ਕਿ ਉਸ ਪ੍ਰਭੂ ਜੋ ਹੈ ਉਸ ਦਾ ਕੋਈ ਅੰਤ ਨਹੀਂ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨੇਕ ਪ੍ਰਕਾਰ। ਕਿ ਉਸ ਬੇਅੰਤ ਪਰਮੇਸ਼ਰ ਨੇ, ਪ੍ਰਭੂ ਨੇ, ਹਰੀ ਨੇ, ਵਾਹਿਗੁਰੂ ਨੇ, ਨਿਰੰਕਾਰ ਨੇ, ਅੱਲਾ ਨੇ, ਗੌੜ ਨੇ, ਜਿਹੜੀ ਇਹ ਰਚਨਾ ਰਚੀ ਹੈ, ਇਹ ਬਹੁਤ ਪ੍ਰਕਾਰ ਦੀ ਰਚਨਾ ਹੈ ਉਸ ਪ੍ਰਭੂ ਦੀ। ਤੇ ਇਹ ਉਸਤਤ ਸਾਰੇ ਕਰਦੇ ਨੇ, ਅਨੇਕ ਜਨ ਕਰਦੇ ਨੇ ਕਿ ਪਰਮੇਸ਼ਰ ਉਸ ਦਾ ਕੋਈ ਅੰਤ ਨਹੀਂ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਤੇ ਉਸ ਨੇ ਇਹ ਜੋ ਰਚਨਾ ਰਚੀ ਹੈ, 84 ਲੱਖ ਜੂਨੀ ਹੈ, ਕਰੋੜਾਂ ਬ੍ਰਹਿਮੰਡ ਨੇ, ਪੌਣ ਪਾਣੀ ਅਗਨ ਹੈ, ਇਹ ਉਸ ਪ੍ਰਭੂ ਦੀ ਰਚਨਾ ਹੈ। ਆਓ ਇਸ ਦੇ ਵਿੱਚ ਹੁਣ ਆਪਾਂ ਅਸ਼ਟਪਦੀ ਦੇ ਵਿੱਚ ਅੱਗੇ ਵਿਚਾਰਦੇ ਹਾਂ ਕਿ ਕਿਵੇਂ ਕਿਵੇਂ ਦੀ ਰਚਨਾ ਹੈ। ਕਈ ਕੋਟ ਹੋਏ ਪੁਜਾਰੀ, ਕਈ ਕਰੋੜਾਂ ਪੁਜਾਰੀ ਨੇ। ਜਿਵੇਂ ਆਪਾਂ ਨੇ ਪੁਜਾਰੀ ਨੇ, ਪੂਜਾ ਕਰਦੇ ਨੇ, ਪੂਜਾ ਦੇ ਵਿੱਚ ਅੰਤਰ ਹੈ। ਇੱਕ ਪ੍ਰਭੂ ਦੇ ਉਹ ਸੇਵਕ ਹੁੰਦੇ ਨੇ, ਜਿਸ ਬਾਰੇ ਅੱਗੇ ਜਾ ਕੇ ਆਪਾਂ ਵਿਚਾਰ ਕਰਾਂਗੇ, ਜਿਹੜੇ ਸਦਾ ਪ੍ਰਭੂ ਦੀ ਪੂਜਾ ਕਰਦੇ ਨੇ, ਉਹਦੇ ਆਗਿਆ ਦੇ ਵਿੱਚ ਚੱਲਦੇ ਨੇ। ਇੱਕ ਉਹ ਪੁਜਾਰੀ ਨੇ ਜਿਹੜੇ ਮਾਇਆ ਦੇ ਵਾਸਤੇ ਪੂਜਾ ਕਰਦੇ ਨੇ। ਇਸ ਕਰਕੇ ਐਸੇ ਜੀਵ ਜਿਹੜੇ ਕਈ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਕਈ ਕੋਟ ਆਚਾਰ ਵਿਵਹਾਰੀ, ਕਈ ਕਰੋੜ ਲੋਕ ਨੇ ਜਿਨ੍ਹਾਂ ਦਾ ਆਚਾਰ ਵਿਵਹਾਰ ਵਧੀਆ ਹੈ, ਜਿਹੜੇ ਆਚਰਨ ਦੇ ਵਿੱਚ ਵਧੀਆ ਨੇ, ਵਿਵਹਾਰ ਦੇ ਵਿੱਚ ਵਧੀਆ ਨੇ। ਐਸੇ ਜੀਵ ਵੀ ਕਈ ਕਰੋੜਾਂ ਦੀ ਗਿਣਤੀ ਵਿੱਚ ਨੇ। ਕਈ ਕੋਟ ਭਏ ਤੀਰਥ ਵਾਸੀ, ਇਹ ਸਾਰੇ ਸੰਸਾਰ ਦੀ ਗੱਲ ਚੱਲ ਰਹੀ ਹੈ, ਜਿੰਨੀ ਸੰਸਾਰ ਦੀ ਰਚਨਾ ਹੈ। ਕਈ ਕਰੋੜਾਂ ਲੋਕ ਤੀਰਥਾਂ ਤੇ ਵਾਸ ਕਰਦੇ ਨੇ। ਕਈ ਕੋਟ ਬਨ ਭਰਮੈ ਉਦਾਸੀ, ਕਈ ਕਰੋੜ ਵਨ ਦੇ ਵਿੱਚ, ਜੰਗਲਾਂ ਦੇ ਵਿੱਚ ਭਰਮਦੇ ਨੇ,
ਘਰ-ਬਾਰ ਛੱਡ ਦਿੰਦੇ ਨੇ, ਘਰ-ਬਾਰ ਤੋਂ ਉਦਾਸੀ ਲੈਂਦੇ ਨੇ, ਜੰਗਲਾਂ ਨੂੰ ਚਲੇ ਜਾਂਦੇ ਨੇ। ਕਈ ਕੋਟ ਵੇਦ ਕੇ ਸਰੋਤੇ, ਕਈ ਕਰੋੜਾਂ ਜੀਵ ਐਸੇ ਨੇ ਜਿਹੜੇ ਵੇਦਾਂ ਨੂੰ ਸੁਣਦੇ ਨੇ, ਵੇਦਾਂ ਦੇ ਗਿਆਨ ਨੂੰ ਸਮਝਦੇ ਨੇ। ਕਈ ਕੋਟ ਤਪੀ ਸਰਹੋਤੇ, ਕਈ ਕਰੋੜ ਲੋਕ ਐਸੇ ਨੇ ਜਿਹੜੇ ਤਪ ਕਰਦੇ ਨੇ, ਤਨ ਦੁਆਰਾ, ਮਨ ਦੁਆਰਾ ਨਹੀਂ, ਤਨ ਦੁਆਰਾ ਤਪ ਕਰਦੇ ਨੇ, ਆਪਣੀ ਮਤ ਦੁਆਰਾ ਕਰਦੇ ਨੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਆਤਮ ਧਿਆਨ ਧਾਰਦੇ ਨੇ ਆਪਣੀ ਮਤ ਦੁਆਰਾ। ਕਈ ਕੋਟ ਕਬ ਕਾਵ ਵਿਚਾਰੈ, ਕਈ ਕੋਟ ਕਾਵ ਨੇ ਜਿਹੜੇ ਕਵੀ ਨੇ ਉਹ ਵਿਚਾਰਾਂ ਕਰਦੇ ਨੇ, ਕਵਿਤਾਵਾਂ ਲਿਖਦੇ ਨੇ। ਕਈ ਕੋਟ ਨਵਤਨ ਨਾਮ ਧਿਆਵੈ, ਕਈ ਕਰੋੜ ਨੇ ਜਿਹੜੇ ਨਾਮ ਨੂੰ ਧਿਆਉਂਦੇ ਨੇ ਪਰ ਆਪਣੀ ਮਤ ਦੁਆਰਾ ਧਿਆਨ ਲਗਾਉਂਦੇ ਨੇ। ਨਾਨਕ ਕਰਤੇ ਕਾ ਅੰਤ ਨਾ ਪਾਵੈ, ਪਰ ਉਸ ਕਰਤੇ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਉਸ ਦਾ ਅੰਤ ਹੈ ਹੀ ਨਹੀਂ ਹੈ। ਜੇ ਕੋਈ ਕਹੇ ਵੀ ਅੰਤ ਪਾ ਲਵਾਂਗਾ, ਨਹੀਂ ਪਾ ਸਕਦਾ। ਉਸ ਦਾ ਅੰਤ ਨਾ ਕਿਸੇ ਨੇ ਪਾਇਆ ਤੇ ਨਾ ਕੋਈ ਪਾ ਸਕੇਗਾ। ਇਸ ਕਰਕੇ ਉਹ ਬੇਅੰਤ ਹੀ ਹੈ, ਜਿਸ ਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਅੰਤ ਪਾਉਣ ਵਾਸਤੇ ਬੜੇ ਲੋਕ ਬਿਲ ਲਾ ਰਹੇ ਨੇ, ਪਰ ਉਸ ਦਾ ਅੰਤ ਕੋਈ ਪਾ ਨਹੀਂ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹ ਅੰਤ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਉਹ ਬੇਅੰਤ ਹੈ, ਇਸ ਕਰਕੇ ਉਸ ਨੂੰ ਅਸੀਂ ਬੇਅੰਤ ਹੀ ਕਹਿ ਸਕਦੇ। ਉਸ ਦਾ ਕੋਈ ਅੰਤ ਨਹੀਂ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਕਈ ਕੋਟ ਭੈ ਅਭਿਮਾਨੀ, ਹੁਣ ਕਈ ਕਰੋੜਾਂ ਜੀਵ ਹੰਕਾਰੀ ਲੋਕ ਨੇ। ਕਈ ਕੋਟ ਅੰਧ ਅਗਿਆਨੀ, ਕਈ ਕਰੋੜਾਂ ਜੀਵ ਐਸੇ ਨੇ ਜਿਹੜੇ ਅੰਧੇ ਨੇ, ਅਕਲ ਦੇ, ਅਗਿਆਨੀ ਨੇ, ਜਿਨ੍ਹਾਂ ਦੇ ਕੋਲ ਗਿਆਨ ਨਹੀਂ ਹੈ। ਸਮਝਦੇ ਆਪਣੇ ਆਪ ਨੂੰ ਗਿਆਨੀ ਨੇ, ਹੰਕਾਰੀ ਨੇ, ਲੇਕਿਨ ਹੈ ਅੰਧ ਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕਰੋੜ ਐਸੇ ਨੇ ਜਿਹੜੇ ਜਿਨ੍ਹਾਂ ਦੇ ਹਿਰਦੇ ਕਠੋਰ ਨੇ ਤੇ ਜਿਹੜੇ ਕੰਜੂਸ ਨੇ, ਜਿਹੜੇ ਜਿਨ੍ਹਾਂ ਦੇ ਕੋਲ ਹੁੰਦੇ ਵੀ ਕੁਛ ਦੇ ਨਹੀਂ ਸਕਦੇ, ਕਿਉਂਕਿ ਕਠੋਰ ਹਿਰਦੇ ਨੇ। ਕਈ ਕੋਟ ਅਪਿਕ ਆਤਮ ਨਿਕੋਰ, ਕਈ ਕਰੋੜ ਐਸੇ ਜੀਵ ਨੇ ਜਿਹੜੇ ਕਿਸੇ ਦੇ ਦਿੱਤੇ ਗਿਆਨ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਮੰਨਦੇ ਨਹੀਂ, ਭਿੱਜਦੇ ਨਹੀਂ, ਜਿਹੜੇ ਉਸ ਤੋਂ ਨਿਕੋਰ ਨੇ, ਜਿਹੜੇ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਸ ਗਿਆਨ ਨੂੰ ਲੈਂਦੇ ਨਹੀਂ ਹਨ। ਕਿਸੇ ਦਾ ਸੁਣ ਕੇ ਮੰਨਦੇ ਨਹੀਂ। ਕਈ ਕੋਟ ਪਰ ਦਰਬ ਕੋ ਹਿਰੈ, ਕਈ ਕਰੋੜ ਐਸੇ ਲੋਕ ਨੇ ਜਿਹੜੇ ਬਸ ਧਨ ਵਾਸਤੇ ਹੀ ਲੱਗੇ ਰਹਿੰਦੇ ਨੇ। ਕਿਵੇਂ ਧਨ ਇਕੱਠਾ ਕਰਨਾ, ਕਿਵੇਂ ਲੋਕਾਂ ਦਾ ਹੱਕ ਮਾਰਨਾ ਹੈ, ਕਿਵੇਂ ਧਨ ਨੂੰ ਚੁਰਾਉਣਾ ਹੈ। ਕਈ ਕੋਟ ਪਰ ਦੁੱਖ ਨਾ ਕਰੇ, ਕਈ ਕਰੋੜ ਐਸੇ ਨੇ ਜਿਹੜੇ ਦੋਖੀ ਕਰਦੇ ਨੇ, ਦੁੱਖ ਨਾ ਕਰਦੇ ਨੇ, ਜੀਵਾਂ ਨੂੰ ਦੁੱਖ ਦਿੰਦੇ ਨੇ, ਬੈਰ ਵਿਰੋਧ ਕਰਦੇ ਨੇ, ਨਫ਼ਰਤ ਕਰਦੇ ਨੇ। ਕਈ ਕੋਟ ਮਾਇਆ ਸਰਬ ਮਾਹੇ, ਕਈ ਕਰੋੜ
ਜਿਹੜੇ ਧਨ ਚੁਰਾਉਂਦੇ ਨੇ, ਕਈ ਕਰੋੜ ਐਸੇ ਨੇ ਜਿਹੜੇ ਮਾਇਆ ਦੇ ਵਾਸਤੇ ਬਹੁਤ ਮਿਹਨਤ ਕਰਦੇ ਨੇ। ਕਈ ਕੋਟ ਪਰਦੇਸ ਪਰਮਾਹੇ, ਕਈ ਕਰੋੜ ਲੋਕ ਮਾਇਆ ਵਾਸਤੇ ਹੀ ਪਰਦੇਸਾਂ ਦੇ ਵਿੱਚ ਭਰਮਦੇ ਫਿਰਦੇ ਨੇ, ਪਰਦੇਸਾਂ ਨੂੰ ਜਾਂਦੇ ਨੇ। ਜਿਤ ਜਿਤ ਲਾਭੋ ਤਿਤ ਤਿਤ ਲਗਣਾ। ਹੁਣ ਇਹ ਜਿਹੜੇ ਵੀ ਜੀਵ ਨੇ, ਇਹ ਵੀ ਕੋਈ ਆਪ ਨਹੀਂ, ਇਹ ਵੀ ਉਸ ਪ੍ਰਭੂ ਦੇ ਲਾਏ ਹੋਏ ਨੇ। ਜਿਵੇਂ ਜਿਵੇਂ ਉਹਨਾਂ ਨੂੰ ਲਾਇਆ, ਉਵੇਂ ਉਵੇਂ ਹੀ ਲੱਗਦੇ ਨੇ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਿਉਂਕਿ ਇਸ ਪ੍ਰਭੂ ਦੀ ਕਰਤੇ ਦੀ ਰਚਨਾ ਹੈ, ਇਸ ਕਰਕੇ ਉਹ ਹੀ ਜਾਣਦਾ ਹੈ ਕਿ ਕਿਵੇਂ, ਕਿਉਂ ਇਹਨਾਂ ਨੂੰ ਅਭਿਮਾਨੀ ਬਣਾਇਆ ਹੈ, ਕਿਉਂ ਇਹਨਾਂ ਨੂੰ ਕਿਰਪਨ ਬਣਾਇਆ ਹੈ, ਕਿਉਂ ਇਹ ਐਸੇ ਜੀਵ ਨੇ ਗਿਆਨ ਨਹੀਂ ਲੈ ਸਕਦੇ, ਸੰਗਤ ਨਹੀਂ ਕਰ ਸਕਦੇ। ਇਹ ਉਸ ਪ੍ਰਭੂ ਦੀ ਆਪਣੀ ਰਚਨਾ ਆਪ ਹੀ ਜਾਣਦਾ ਹੈ। ਕਿਉਂਕਿ ਅਭਾਗੇ ਨੇ, ਕਿਉਂ ਅਭਾਗੇ ਨੇ, ਪ੍ਰਭੂ ਹੀ ਜਾਣਦਾ ਹੈ। ਕਈ ਕੋਟ ਸਿੱਧ ਜਤੀ ਜੋਗੀ। ਕਈ ਕਰੋੜ ਐਸੇ ਲੋਕ ਨੇ ਸਿੱਧ, ਜਿਹੜੇ ਸਿੱਧੀਆਂ ਦੇ ਵਿੱਚ ਫਸੇ ਰਹਿੰਦੇ ਨੇ। ਕਈ ਨੇ ਜਤੀ, ਜਿਹੜੇ ਤਨ ਕਰਕੇ ਜਤ ਕਰਦੇ ਨੇ। ਜਤੀ ਗੁਰਬਾਣੀ ਅਨੁਸਾਰ ਜੋ ਹੈ, ਉਹ ਘਰ 'ਚ ਰਹਿ ਕੇ ਵੀ ਜਤੀ ਹੋ ਸਕਦਾ ਹੈ, ਗ੍ਰਸਤ ਮਾਰਗ ਵਿੱਚ ਵੀ ਜਤੀ ਹੋ ਸਕਦਾ ਹੈ। ਲੇਕਿਨ ਕਈ ਐਸੇ ਨੇ ਜਿਹੜੇ ਆਪਣੀ ਮੱਤ ਦੁਆਰਾ ਜਤੀ ਨੇ, ਜਿਨ੍ਹਾਂ ਨੂੰ ਮਰਸ ਆਪਾਂ ਪੜ੍ਹਦੇ ਵੀ ਹਾਂ। ਜਤੀ ਕਹਾਵੈ ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਘਰ 'ਚ ਰਹਿ ਕੇ, ਪਰਿਵਾਰ 'ਚ ਰਹਿ ਕੇ ਜੁਗਤੀ ਨਾਲ ਮਨ ਨੂੰ ਜਤੀ ਬਣਾਉਣਾ ਹੈ, ਮਨ ਨੂੰ ਮਾਲਕ ਦੇ ਨਾਲ ਜੋੜਨਾ ਹੈ। ਪਰ ਉਹ ਜੁਗਤ ਨਹੀਂ ਜਾਣਦੇ, ਇਸ ਕਰਕੇ ਉਹ ਘਰ ਬਾਰ ਛੱਡ ਜਾਂਦੇ। ਐਸੇ ਜੀਵ ਕਈ ਨੇ, ਕਿੰਨੇ ਨੇ, ਕਰੋੜ। ਕਈ ਕੋਟ ਰਾਜੇ ਰਸ ਭੋਗੀ। ਕਈ ਐਸੇ ਨੇ ਕਰੋੜਾਂ ਦੇ ਜੀਵ ਜਿਹੜੇ ਰਾਜੇ ਨੇ, ਰਸ ਭੋਗਦੇ ਨੇ, ਜਿਹੜੇ ਰਸ ਭੋਗਣ ਵਿੱਚ ਹੀ ਮਸਤ ਰਹਿੰਦੇ ਨੇ। ਕਈ ਸਿੱਧ ਜਤੀ ਜੋਗੀ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੁੰਦੇ ਨੇ, ਤੇ ਕਈ ਕਰੋੜ ਐਸੇ ਨੇ ਜਿਹੜੇ ਇਹਨਾਂ ਰਸਾਂ ਦੇ ਵਿੱਚ ਹੀ ਗੁਲਤਾਨ ਰਹਿੰਦੇ ਨੇ। ਕਈ ਕੋਟ ਪੰਖੀ ਸਰਪ ਉਪਾਏ। ਕਈ ਕਰੋੜ ਪੰਛੀ, ਸਰਪ, ਇਹ ਉਪਾਏ ਪ੍ਰਭੂ ਦੇ। ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕਰੋੜਾਂ ਹੀ ਪੱਥਰ, ਬਿਰਖ, ਦਰਖਤ ਇਹ ਉਗਦੇ ਨੇ, ਪੈਦਾ ਕੀਤੇ ਹੋਏ ਨੇ ਪ੍ਰਭੂ ਦੇ, ਕਿਉਂਕਿ ਉਸੇ ਦੀ ਰਚਨਾ ਹੈ ਸਾਰੀ, ਜਿਸ ਨੂੰ ਆਪਾਂ ਸ਼ਲੋਕ 'ਚ ਪੜ੍ਹ ਕੇ ਆਏ ਹਾਂ ਬਈ ਬਹੁਵਿਧ ਅਨੇਕ ਪ੍ਰਕਾਰ ਦੀ ਰਚਨਾ ਹੈ। ਤੋ ਇੱਕ ਇੱਕ ਕਰਕੇ ਨਹੀਂ, ਕਰੋੜਾਂ ਦੀ ਗਿਣਤੀ ਦੇ ਵਿੱਚ ਹੈ ਉਸ ਪ੍ਰਭੂ ਦੀ ਜਿਹੜੀ ਰਚਨਾ ਹੈ। ਕਈ ਕੋਟ ਪਵਨ ਪਾਣੀ ਬੈਸੰਤਰ। ਪੌਣ, ਪਾਣੀ, ਬੈਸੰਤਰ, ਇਹ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਹੈ, ਕਿਉਂਕਿ ਇਹ ਸਾਰਿਆਂ ਦੇ ਅੰਦਰ ਵੀ ਹੈ। ਪੌਣ ਪਾਣੀ ਅਗਨ ਦਾ ਖੇਡ ਹੈ, ਇਸ ਕਰਕੇ ਇਹ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਹੈ। ਕਈ ਕੋਟ ਦੇਸ ਭੂ ਮੰਡਲ। ਕਈ ਕਰੋੜਾਂ ਹੀ ਦੇਸ਼ ਨੇ, ਮੰਡਲ ਨੇ, ਬ੍ਰਹਿਮੰਡ ਨੇ, ਭੂਮੀਆਂ ਨੇ। ਕਈ ਕੋਟ ਸਸਿਅਰ ਸੂਰ ਨਖੱਤਰ। ਕਈ ਕਰੋੜ ਚੰਦਰਮਾ ਨੇ, ਸੂਰਜ ਨੇ, ਤਾਰੇ ਨੇ। ਹੁਣ ਆਪਾਂ ਦੇਖੀਏ ਤੇ ਗੁਰਬਾਣੀ ਗੱਲ ਕਰਦੀ ਹੈ, ਸੂਰਜ ਏਕੋ ਰੁੱਤ ਅਨੇਕ। ਇੱਕ ਤਾਂ ਗੁਰਬਾਣੀ ਕਹਿੰਦੀ ਹੈ ਕਿ ਇੱਕ ਹੀ ਸੂਰਜ ਹੈ, ਤੇ ਇੱਕ ਪਾਸੇ ਆਪਾਂ ਪੜ੍ਹਦੇ ਹਾਂ ਕਰੋੜਾਂ ਸੂਰਜ ਨੇ। ਇਹ ਜਿਹੜਾ ਬ੍ਰਹਿਮੰਡ ਦੇ ਵਿੱਚ ਹੈ, ਇੱਕ ਹੀ ਸੂਰਜ ਹੈ। ਲੇਕਿਨ ਕਰੋੜਾਂ ਕਿਵੇਂ ਨੇ? ਕਿਉਂਕਿ ਸਾਡੇ ਸਰੀਰਾਂ ਦੇ ਵਿੱਚ ਵੀ
ਜਿਹੜੇ ਦੋ ਨੇਤਰ ਨੇ ਇਹਨਾਂ ਨੂੰ ਵੀ ਸੂਰਜ ਚੰਦਰਮਾ ਕਿਹਾ ਹੈ। ਜਿਵੇਂ ਆਪਾਂ ਸਮਝਦੇ ਹਾਂ ਵਿਸ਼ਨੂੰ ਵੀ ਕਰੋੜਾਂ ਨੇ, शिव जी भी करोड़ा ने, ब्रह्मा भी करोड़ा ने, क्योंकि सारिਆਂ ਦੇ अंदर दी एक खेड है। जिमें ਆਪਾਂ पढ़ते हाँ चौपाई साहब ਦੇ ਵਿੱਚ, अकाल पुरख की दे मोह, कोटक बिसन महेश, कोट इंद्र ब्रह्मा किते, रब सस करोड़ जलेस। ਕਰੋੜਾਂ ਦੀ ਗਿਣਤੀ ਦੇ ਵਿੱਚ ਇੱਦਾਂ ਪੌਣ ਦਾ ਸਾਡੇ ਅੰਦਰ ਕਿਸ ਪਾਸੇ ਪੌਣ ਹੈ, ਖੱਬੇ ਪਾਸੇ ਪੌਣ ਹੈ, ਸੱਜੇ ਪਾਸੇ ਅਗਨ ਹੈ, ਵਿਚਾਲੇ ਪਾਣੀ ਹੈ। ਇਹ ਖੇਡ ਹੈ। ਇਸ ਕਰਕੇ ਇਹ ਰਚਨਾ ਪ੍ਰਭੂ ਦੀ ਹੀ ਹੈ। ਇਸ ਕਰਕੇ ਸਮਝਾਉਂਦੇ ਨੇ ਸਾਰੀ ਉਸ ਦੀ ਰਚਨਾ ਨੂੰ, ਕਿਉਂਕਿ ਕੁਛ ਰਚਨਾ ਆਪਾਂ ਸਮਝ ਸਕਦੇ ਹਾਂ ਜੋ ਅਸਥੂਲ ਦੇ ਵਿੱਚ ਦੇਖਦੇ ਹਾਂ, ਕੁਛ ਜੋ ਸੂਖਸ਼ਮ ਦੇ ਵਿੱਚ ਹੈ ਉਹਦਾ ਸਾਨੂੰ ਗਿਆਨ ਨਹੀਂ ਹੈ। ਲੇਕਿਨ ਗੁਰੂ ਸਾਹਿਬ ਜੀ ਇਹ ਸਾਰਾ ਬਿਆਨ ਕਰਦੇ ਨੇ ਉਸ ਦੀ ਰਚਨਾ ਨੂੰ। ਤੇ ਜਿਹੜੇ ਤਾਰੇ ਨੇ ਇਹ ਤਾਂ ਆਪਾਂ ਦੇਖਦੇ ਹੀ ਹਨ, ਕਰੋੜਾਂ ਦੀ ਗਿਣਤੀ ਦੇ ਵਿੱਚ ਹੈਗੇ ਨੇ। कई कोट देव दानव इंद्र सिर सतर। कई करोड़ ने देवते ने, राक्षस ने, ते इन्हां दे विच इंद्र ने, जिन्हां ते सतर जिहड़े राजे ने, करोड़ां दी गिणती दे विच हन, एक नहीं है। सगल समगरी अपना सूत धारा, जिन्ना भी पैदा किया होया है करोड़ां की गिणती दे विच, सारिਆਂ ਨੂੰ अपने सूत दे विच परोया है। जिधर ਨੂੰ सूत खिंचदा उधर ਨੂੰ ਇਹ चलते ने। नानक जिस जिस भावै तिस तिस निस्तारै। ਇਹਨਾਂ ਦੇ ਵਿੱਚੋਂ ਜਿਹੜੇ ਉਸ ਪ੍ਰਭੂ ਨੂੰ ਪਾ ਜਾਂਦੇ ਨੇ, ਜਿਹੜੇ ਉਹਨੂੰ ਪਾਉਂਦੇ ਨੇ, ਉਹਨਾਂ ਨੂੰ ਇਸ ਦੇ ਵਿੱਚੋਂ ਤਾਰ ਲੈਂਦਾ ਹੈ। ਇਹ ਕਰੋੜਾਂ ਦੀ ਗਿਣਤੀ 'ਚ ਉਹਨਾਂ ਨੂੰ ਆਪਣੇ 'ਚ ਸਮਾ ਲੈਂਦਾ ਹੈ, ਕੱਢ ਲੈਂਦਾ ਹੈ, ਆਪਣੀ ਰਚਨਾ ਦੇ ਵਿੱਚੋਂ ਆਪਣੇ 'ਚ ਸਮਾ ਲੈਂਦਾ ਹੈ। ਪਰ ਉਹਨਾਂ ਨੂੰ ਜਿਹੜੇ ਉਸ ਨੂੰ ਪਾਉਂਦੇ ਨੇ। ਕਈ ਕੋਟ ਰਾਜਸ ਤਾਮਸ ਸਾਤਕ। ਕਰੋੜਾਂ ਦੀ ਗਿਣਤੀ ਵਿੱਚ ਰਜੋਗੁਣੀ, ਤਮੋਗੁਣੀ ਤੇ ਸਤੋਗੁਣੀ, राजस तामस सातक, एक नहीं करोड़ा। कई कोट वेद पुराण सिमरत अर्थशास्त्र। कई करोड़ वेद पुराणा सिमरत शस्त्र करोड़ां दी गिणती दे विच ने, जिथे ये रचना रची गई है, जो ज्ञान प्रभु वालों दिता गया है। करोड़ां दी गिणती दे विच ने। कई कोट किए रतन समुद्र। कई करोड़ समुंदर जिहदे विच रतन ने पैदा कीते, पता नहीं पानी दे विच किन्ने को रतन ने, करोड़ां दी गिणती दे विच ने। कई कोट नाना प्रकार जंत। कई करोड़ सूक्ष्म जंत ने जेड़े, नाना प्रकार ने जेड़े जिन्हां नूं आपां आखां दे नाल देख भी नहीं सकते, सूक्ष्म ने वो जंत, कोई अंत ही नहीं है। कई कोट किए चिर जीवे। कई कोट ने जेड़े बड़ा लम्मा चिर जीवदे ने। कई कोट गिरी मेर स्वर्ण थीवे। कई करोड़ां दे विच ही जेड़े सोना है,
ਪਰਬਤ ਨੇ ਸੋਨੇ ਦੇ ਕਰੋੜਾਂ ਦੀ ਗਿਣਤੀ ਵਿੱਚ। ਕਿੱਥੇ ਨੇ? ਗੁਪਤ ਹੈ, ਕਿਉਂਕਿ ਕਿੱਥੋਂ ਨਿਕਲਦਾ ਹੈ? ਖਾਣਾਂ ਦੇ ਵਿੱਚੋਂ, ਪਰਬਤਾਂ ਦੇ ਵਿੱਚੋਂ। ਤੇ ਪ੍ਰਭੂ ਦੇ ਪੈਦਾ ਕੀਤੇ ਹੋਏ ਨੇ, ਜੋ ਮਿਲਦੇ ਨੇ, ਕਿਸੇ ਨੇ ਨਹੀਂ ਬਣਾਏ, ਉਸੇ ਦਾ ਬਣਾਇਆ ਹੋਇਆ ਹੈ। ਕਈ ਕੋਟ ਜਾਖ ਕਿਨਰ ਪਿਸਾਚ। ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਜੂਨੀਆਂ ਨੇ, ਕਿਨਰ ਨੇ, ਪਿਸਾਚ ਨੇ, ਮਿਰਗ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਭੂਤ ਪ੍ਰੇਤ ਕਰੋੜਾਂ ਦੀ ਗਿਣਤੀ ਵਿੱਚ, ਸੂਰ ਮਿਰਗ ਇੱਕ ਨਹੀਂ, ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਇਹ ਸਭ ਉਸ ਪ੍ਰਭੂ ਦੀ ਰਚਨਾ ਹੈ। ਸਭ ਤੇ ਨੇਰਾ, ਸਭ ਹੁਣ ਤੇ ਦੂਰ। ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਸਾਰਿਆਂ ਦੇ ਨੇੜੇ ਵਸਦਾ ਹੈ, ਕਿਉਂਕਿ ਸਾਰਿਆਂ ਨੂੰ ਆਪਣੇ ਧਾਗੇ ਦੇ ਵਿੱਚ, ਸੂਤ ਦੇ ਵਿੱਚ ਪਰੋਇਆ ਹੋਇਆ ਹੈ। ਲੇਕਿਨ ਇਹਨਾਂ ਨੇੜੇ ਹੋ ਕੇ ਵੀ ਭਰਮ ਚ ਪਾ ਕੇ ਸਭ ਤੋਂ ਦੂਰ ਹੈ। ਕਿਸੇ ਨੂੰ ਉਸਦਾ ਗਿਆਨ ਨਹੀਂ, ਕਿ ਉਸ ਨੂੰ ਦੇਖਦਾ ਨਹੀਂ, ਕਿਉਂਕਿ ਭਰਮ ਪਾ ਦਿੱਤਾ। ਇਹਨਾਂ ਨੇੜੇ ਹੋ ਕੇ ਵੀ ਦੂਰ ਹੈ। ਨਾਨਕ ਆਪ ਅਲਿਪਤ ਰਿਹਾ ਭਰਪੂਰ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਆਪ ਅਲਿਪਤ ਹੈ, ਨਿਰਲੇਪ ਹੈ। ਇੰਨੀ ਸ੍ਰਿਸ਼ਟੀ ਸਾਜ ਕੇ ਆਪ ਇਹ ਜੂਨਾਂ ਦੇ ਵਿੱਚ ਨਹੀਂ ਹੈ। ਇਹ ਉਸ ਦੀ ਰਚਨਾ ਹੈ। ਆਪ ਇਸ ਤੋਂ ਨਿਰਲੇਪ ਹੈ, ਹਰ ਥਾਂ ਤੇ ਹੈ, ਭਰਪੂਰ ਹੈ। ਕਿਉਂਕਿ ਜਿਹੜੀ ਰਚਨਾ ਹੈ, ਇਹ ਰਚਨਾ ਉਸ ਦੀ ਨਾਸਵਾਨ ਹੈ। ਉਸ ਨੂੰ ਰਚਦਾ ਹੈ, ਢਾ ਦਿੰਦਾ ਹੈ, ਉਸਾਰ ਦਿੰਦਾ ਹੈ, ਢਾ ਦਿੰਦਾ ਹੈ। ਢਾਹੇ ਉਸਾਰੇ ਉਸਰੇ ਢਾਹੇ, ਸਮਰੱਥ ਵੇ ਪ੍ਰਵਾਹੇ। ਇਸ ਕਰਕੇ ਉਸ ਦੀ ਰਚਨਾ ਹੈ ਜਿਹੜੀ ਨਾਸਵਾਨ ਹੈ। ਆਪ ਇਸ ਤੋਂ ਅਲਿਪਤ ਹੈ, ਨਿਰਲੇਪ ਹੈ। ਆਪ ਹਰ ਥਾਂ ਤੇ ਭਰਪੂਰ ਹੈ, ਪਰ ਕਿਸੇ ਨੂੰ ਨੇੜੇ ਹੈ, ਪ੍ਰਗਟ ਹੋ ਜਾਂਦਾ ਹੈ, ਤੇ ਕਈਆਂ ਨੂੰ ਇੰਨੇ ਨੇੜੇ ਹੋ ਕੇ ਵੀ ਦੂਰ ਹੈ, ਉਸ ਨੂੰ ਬਹੁਤ ਦੂਰ ਸਮਝਦੇ ਨੇ। ਕਈ ਕੋਟ ਪਾਤਾਲ ਕੇ ਵਾਸੀ। ਕਈ ਕਰੋੜ ਜੀਵ ਨੇ ਜਿਹੜੇ ਪਤਾਲ ਦੇ ਵਿੱਚ ਵਸਦੇ ਨੇ। ਕਈ ਕੋਟ ਨਰਕ ਸੁਰਗ ਨਿਵਾਸੀ। ਕਈ ਕਰੋੜ ਨਰਕ ਭੋਗਦੇ ਨੇ, ਕਈ ਸੁਰਗ ਦੇ ਵਿੱਚ ਵਾਸ ਕਰਦੇ ਨੇ। ਕਿਉਂਕਿ ਨਰਕ ਸੁਰਗ ਵੀ ਜਨਮ ਮਰਨ ਦੇ ਵਿੱਚ ਹੈ, ਉਸ ਦੀ ਰਚਨਾ ਦੇ ਵਿੱਚ ਹੈ। ਜਿੱਥੇ ਆਪ ਹੈ ਉੱਥੇ ਚੌਥਾ ਪਦ ਹੈ, ਉੱਥੇ ਮੁਕਤੀ ਹੈ, ਉੱਥੇ ਪ੍ਰਕਾਸ਼ ਹੈ। ਤੇ ਜਿੱਥੇ ਉਸ ਦੀ ਰਚਨਾ ਹੈ, ਚਾਹੇ ਨਰਕ ਵੀ ਹੈ, ਸੁਰਗ ਵੀ ਹੈ, ਇਹ ਵੀ ਉਸ ਦੀ ਰਚਨਾ ਦੇ ਵਿੱਚ ਹੈ। ਇਹਨਾਂ ਸਾਰਿਆਂ ਤੋਂ ਆਪ ਨਿਰਲੇਪ ਹੈ। ਇਸ ਕਰਕੇ ਭਗਤ ਇਹਨਾਂ ਦੋਨਾਂ ਤੋਂ ਨਿਰਲੇਪ ਨੇ। ਕਿਆ ਨਰਕ ਕਿਆ ਸੁਰਗ ਵਿਚਾਰੇ, ਸੰਤਨ ਦੋ ਇਰਾਦੇ। ਕਹਿੰਦੇ ਅਸੀਂ ਕਿਆ ਉਹਨਾਂ ਦੀ ਵਿਚਾਰ ਕਰੀਏ, ਨਰਕ ਦੀ ਨਾ ਸੁਰਗ ਦੀ। ਅਸੀਂ ਤਾਂ ਉਹਨਾਂ ਨੂੰ ਰੱਦ ਹੀ ਕਰ ਦਿੱਤਾ ਹੈ। ਹਮ ਕਿਸੀ ਕੀ ਕਾਨ ਨਾ ਕਰਦੇ, ਸਤਿਗੁਰ ਕੇ ਪ੍ਰਸਾਦੇ। ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਪਿਆ ਨਹੀਂ, ਕਿਉਂਕਿ ਅਸੀਂ ਤਾਂ ਇਹ ਰੱਦ ਹੀ ਕਰ ਦਿੱਤੇ। ਅਸੀਂ ਤਾਂ ਚੌਥੇ ਪਦ ਵਿੱਚ ਵਾਸਾ ਕੀਤਾ ਹੈ, ਜਿੱਥੇ ਮੋਕਸ਼ ਹੈ। ਇਹ ਤਾਂ ਉਸ ਦੀ ਰਚਨਾ ਹੈ। ਅਸੀਂ ਤਾਂ ਰਚਨਹਾਰ ਦੇ ਵਿੱਚ ਸਮਾ ਗਏ ਹਾਂ, ਜਿਸ ਨੇ ਇਹ ਸਿਰਜਣਹਾਰ ਸਿਰਜਿਆ ਹੈ। ਜਿੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਬਲਿਹਾਰੀ ਇਸ ਜਾਤ ਕੋ ਜਿਨ ਜਪਿਓ ਪਰਵਤਗਾਰ। ਸਿਰਜਣਹਾਰ, ਜਿਹਨੇ ਸਿਰਜਣਹਾਰ ਨੂੰ ਹੀ ਜਾਣ ਲਿਆ ਹੈ। ਇਹ ਤਾਂ ਉਸ ਦੀ ਰਚਨਾ ਹੈ। ਕਈ ਕੋਟ ਜਨਮੈ ਜੀਵੈ ਮਰੈ। ਕਈ ਕਰੋੜ ਨੇ ਜਿਹੜੇ ਜਨਮਦੇ ਨੇ, ਜਨਮ ਕੇ ਆਪਣਾ ਜੀਵਨ ਬਤੀਤ ਕਰਦੇ, ਫਿਰ ਮਰ ਜਾਂਦੇ। ਕਰੋੜਾਂ ਦੀ ਗਿਣਤੀ ਦੇ ਵਿੱਚ ਹੈ।
ਕਈ ਕੋਟ ਬਹੁ ਜੂਨੀ ਫਿਰੈ, ਇੱਕ ਜੂਨ ਦੇ ਵਿੱਚੋਂ ਨਿਕਲੇ ਦੂਜੀ ਜੂਨ ਵਿੱਚ ਚਲੇ ਗਏ। ਕਰੋੜਾਂ ਦੀ ਗਿਣਤੀ ਵਿੱਚ ਨੇ ਜਿਹੜੇ 84 ਲੱਖ ਜੂਨਾਂ ਨੂੰ ਭੋਗਦੇ ਨੇ, ਜੰਮਦੇ ਨੇ, ਜੀਵਦੇ ਨੇ, ਫਿਰ ਮਰ ਜਾਂਦੇ, ਫਿਰ ਨਵੀਂ ਜੂਨ ਦੇ ਵਿੱਚ ਚਲੇ ਜਾਂਦੇ, ਫਿਰ ਜਨਮ ਲੈ ਲੈਂਦੇ, ਫਿਰ ਜੀਵਦੇ, ਫਿਰ ਮਰਦੇ। ਇੱਦਾਂ ਕਰੋੜਾਂ ਦੀ ਗਿਣਤੀ 'ਚ। ਕਈ ਕੋਟ ਬੈਠਤ ਹੀ ਖਾਹੇ, ਕਈ ਕਰੋੜ ਐਸੇ ਨੇ ਜਿਹੜੇ ਬੈਠੇ ਹੀ ਖਾ ਰਹੇ ਨੇ, ਜਿਵੇਂ ਮਨੁੱਖ ਜਨਮ ਦੇ ਵਿੱਚ ਵੀ ਹੈਗੇ ਤੇ ਹੋਰ ਜੂਨਾਂ ਦੇ ਵਿੱਚ ਵੀ ਨੇ। ਕਈ ਕੋਟ ਕਾਲੇ ਥਕ ਪਾਹੇ, ਕਈ ਕਰੋੜ ਨੇ ਜਿਹੜੇ ਕਾਲ ਕਾਲ ਕੇ ਥੱਕ ਜਾਂਦੇ ਨੇ, ਫਿਰ ਜਾ ਕੇ ਕੁਛ ਪ੍ਰਾਪਤ ਹੁੰਦਾ ਉਹਨਾਂ ਨੂੰ ਖਾਣ ਨੂੰ, ਤੇ ਕਈ ਕੋਰ ਬੈਠੇ ਹੀ ਖਾ ਰਹੇ ਨੇ। ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਜੀਵ ਐਸੇ ਨੇ ਜਿਨ੍ਹਾਂ ਨੂੰ ਧਨਵੰਤ ਬਣਾਇਆ ਹੈ, ਜਿਨ੍ਹਾਂ ਦੇ ਕੋਲ ਬਹੁਤ ਧਨ ਦੌਲਤ ਹੈ। ਕਈ ਕੋਟ ਮਾਇਆ ਮੈਂ ਚਿੰਤ, ਕਈ ਕਰੋੜ ਐਸੇ ਨੇ ਜਿਹੜੇ ਮਾਇਆ ਦੇ ਵਿੱਚ, ਚਿੰਤਾ ਦੇ ਵਿੱਚ ਫਸੇ ਰਹੇ ਨੇ। ਚਿੰਤਾ ਕਿਸ ਦੀ? ਮਾਇਆ ਦੀ। ਆਪਣੀ ਚਿੰਤਾ ਨਹੀਂ, ਮਨ ਨੂੰ ਆਪਣੀ ਚਿੰਤਾ ਨਹੀਂ ਕਰਦਾ, ਮਾਇਆ ਦੀ ਚਿੰਤਾ ਕਰਦਾ ਹੈ। ਕਰੋੜਾਂ ਦੀ ਗਿਣਤੀ ਦੇ ਵਿੱਚ। ਜਹ ਜਹ ਭਾਣਾ ਤਹ ਤਹ ਰਾਖੇ, ਹੁਣ ਇਹ ਸਾਰੇ ਵੀ ਉਸੇ ਦੀ ਰਚਨਾ ਹੈ। ਜਿਵੇਂ ਜਿਵੇਂ ਉਸ ਨੂੰ ਪਾਉਂਦਾ ਹੈ, ਉੱਥੇ ਉੱਥੇ ਉਹਨਾਂ ਨੂੰ ਰੱਖਦਾ ਹੈ, ਉਵੇਂ ਉਵੇਂ ਉਹਨਾਂ ਨੂੰ ਪੈਦਾ ਕਰਦਾ, ਉਵੇਂ ਉਵੇਂ ਚਲਾਉਂਦਾ ਹੈ। ਨਾਨਕ ਸਭ ਕੁਛ ਪ੍ਰਭ ਕੈ ਹਾਥੇ, ਲੇਕਿਨ ਹੈ ਸਾਰਾ ਕੁਛ ਪ੍ਰਭੂ ਦੇ ਹੱਥ ਦੇ ਵਿੱਚ, ਕਿਉਂਕਿ ਉਸਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਨਹੀਂ ਹਿਲਦਾ। ਉਸੇ ਦੇ ਲਾਏ ਹੋਏ ਜੀਵ ਕਰਮ ਦੇ ਵਿੱਚ ਲਾਏ ਹੋਏ ਨੇ। ਕਿਸੇ ਨੂੰ ਕਿਵੇਂ ਲਾਇਆ, ਕਿਸੇ ਨੂੰ ਕਿਵੇਂ ਲਾਇਆ, ਜਿਹਾ ਜਿਹਾ ਉਸ ਨੂੰ ਪਾਉਂਦਾ ਹੈ, ਉਸਦੇ ਕਰਮਾਂ ਦੇ ਅਨੁਸਾਰ ਉੱਥੇ ਉੱਥੇ ਉਸ ਨੂੰ ਰੱਖਦਾ ਹੈ। ਕਈ ਕੋਟ ਭਏ ਬੈਰਾਗੀ, ਕਈ ਕਰੋੜ ਜੀਵ ਐਸੇ ਨੇ ਜਿਹੜੇ ਬੈਰਾਗੀ ਨੇ। ਬੈਰਾਗ ਕਿਸ ਦਾ ਕਰਦੇ ਨੇ? ਪ੍ਰਭੂ ਦਾ। ਜਿੰਦੇ ਜਾਗ ਪੈਂਦੇ ਨੇ, ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਕਿ ਅਸੀਂ ਤਾਂ ਪ੍ਰਭੂ ਤੋਂ ਵਿਛੜੇ ਹਾਂ, ਅਸੀਂ ਤਾਂ ਉਸ ਦੀ ਅੰਸ਼ ਹਾਂ, ਅਸੀਂ ਤਾਂ ਉਸ ਨੂੰ ਮਿਲਣਾ ਹੈ, ਮਿਲ ਕੇ ਮੁਕਤੀ ਪਾਉਣੀ ਹੈ, ਅਸੀਂ ਤਾਂ ਜਿਹੜੀ ਉਸ ਦੀ ਰਚਨਾ ਤੋਂ ਛੁਟਕਾਰਾ ਪਾਉਣਾ ਹੈ, ਅਸੀਂ ਤਾਂ ਜਨਮ ਮਰਨ ਤੋਂ ਛੁੱਟਣਾ ਹੈ। ਐਸੇ ਵੈਰਾਗੀ ਵੀ ਕਰੋੜਾਂ ਦੀ ਗਿਣਤੀ ਵਿੱਚ ਹੈ। ਰਾਮ ਨਾਮ ਸੰਗ ਤਿਨ ਲਿਵ ਲਾਗੀ, ਐਸੇ ਜੀਵ ਜਿਹੜੇ ਵੈਰਾਗੀ ਨੇ ਕਰੋੜਾਂ ਦੀ ਗਿਣਤੀ ਵਿੱਚ, ਜਿਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ, ਗਿਆਨ ਹੋ ਜਾਂਦਾ ਸੰਗਤ ਦੇ ਵਿੱਚ, ਤੇ ਉਹਨਾਂ ਦੀ ਲਿਵ ਰਾਮ ਨਾਮ ਦੇ ਨਾਲ ਜੁੜ ਜਾਂਦੀ ਹੈ। ਇਹ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਕਈ ਕੋਟ ਪ੍ਰਭ ਕੋ ਖੋਜੰਤੇ, ਕਈ ਕਰੋੜਾਂ ਜੀਵ ਨੇ ਜਿਹੜੇ ਪ੍ਰਭੂ ਨੂੰ ਖੋਜਦੇ ਨੇ, ਤੇ ਜਿਹੜੇ ਖੋਜਦੇ ਨੇ ਤੇ ਜਿਹੜੇ ਬੈਰਾਗੀ ਨੇ, ਜਿਨ੍ਹਾਂ ਦੀ ਲਿਵ ਜੁੜ ਗਈ ਹੈ ਪ੍ਰਭੂ ਦੇ ਨਾਲ, ਉਹਨਾਂ ਦੁਆਰਾ ਫਿਰ ਗਿਆਨ ਲੈ ਕੇ ਉਸ ਪ੍ਰਭੂ ਨੂੰ ਪਾ ਲੈਂਦੇ ਨੇ। ਆਤਮ ਮੈਂ ਪਾਰ ਬ੍ਰਹਮ ਲਹਾਂਤੇ, ਉਹ ਗੁਰ ਦਾ ਗਿਆਨ ਲੈ ਕੇ, ਮਨ ਨੂੰ ਸੋਝੀ ਲੈ ਕੇ, ਪਹਿਲਾਂ ਮਨ ਦਾ ਗਿਆਨ ਲੈਂਦੇ, ਫਿਰ ਮਨ ਆਤਮਾ ਦੇ ਵਿੱਚ ਸਮਾਉਂਦਾ ਹੈ ਤੇ ਆਤਮਾ ਤੋਂ ਪਰਮਾਤਮਾ ਨੂੰ ਪਾ ਲੈਂਦੇ ਨੇ। ਕਰੋੜਾਂ ਦੀ ਗਿਣਤੀ ਦੇ ਵਿੱਚ ਜੀਵ ਨੇ। ਕਈ ਕੋਟ ਦਰਸ਼ਨ ਪ੍ਰਪਿਆਸ, ਕਈ ਕਰੋੜਾਂ ਨੂੰ ਸਮੇਂ ਅਨੁਸਾਰ ਹੈ, ਕਿਉਂਕਿ ਕੁਛ ਉਸ ਦੀ ਰਚਨਾ ਹੈ, ਕੁਛ ਜਿਹੜੇ ਅੱਗੇ ਪ੍ਰਭੂ ਨੂੰ ਮਿਲਣ ਵਾਲੇ ਜੀਵ ਨੇ, ਜਿਨ੍ਹਾਂ 'ਤੇ ਖੁਸ਼ ਹੁੰਦਾ। ਜਿਵੇਂ ਆਪਾਂ ਪਹਿਲਾਂ ਹੀ ਵਿਚਾਰਿਆ ਹੈ ਵੀ ਜਿਵੇਂ ਜਿਵੇਂ ਉਸ ਨੂੰ ਪਾਉਂਦਾ ਉਵੇਂ ਰੱਖਦਾ ਹੈ। ਜਿਹੜੇ ਪਾਉਂਦੇ ਨੇ, ਜਿਨ੍ਹਾਂ ਦੇ ਅੰਦਰ ਵੈਰਾਗ ਪੈਦਾ ਕਰ ਦਿੰਦਾ, ਕਿਉਂਕਿ ਵੈਰਾਗ ਪੈਦਾ ਕਰਨ ਵਾਲਾ ਵੀ ਆਪ ਹੈ, ਅਤੇ ਵੈਰਾਗ ਪੈਦਾ ਕਰਕੇ ਉਹਨਾਂ ਦੀ ਲਿਵ ਜੋੜ ਦਿੰਦਾ ਹੈ। ਅਤੇ ਜਿਹੜੇ ਖੋਜਦੇ ਨੇ, ਉਹਨਾਂ ਦੇ ਅੰਦਰ ਵੀ ਖੋਜਣ ਦੀ ਇੱਛਾ ਆਪ ਪੈਦਾ ਕਰਦਾ ਹੈ, ਅਤੇ ਫਿਰ ਆਪ ਉਸ ਨੂੰ ਮਿਲਾ ਵੀ ਲੈਂਦਾ ਹੈ ਆਤਮ ਗਿਆਨ ਦੇ ਕੇ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ।
ਫਿਰ ਇੱਦਾਂ ਆਪ ਜਨਾ ਵੀ ਦਿੰਦਾ ਹੈ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਈਆਂ ਨੂੰ ਉਸਦੇ ਦਰਸ਼ਨਾਂ ਦੀ ਪਿਆਸ ਲਾ ਦਿੰਦਾ ਹੈ। ਕਰੋੜਾਂ ਦੇ ਜੀ, ਇੱਕ ਨਹੀਂ ਕਈ ਕਰੋੜਾਂ ਨੂੰ। ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼, ਤੇ ਉਹਨਾਂ ਨੂੰ ਉਹ ਅਬਿਨਾਸ਼ੀ ਪ੍ਰਭੂ ਦਰਸ਼ਨ ਦੇ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ। ਕਈ ਕੋਟ ਮੰਗੈ ਸਤਸੰਗ, ਕਈ ਕਰੋੜਾਂ ਦੀ ਜੀ ਗਿਣਤੀ ਦੇ ਵਿੱਚ ਨੇ ਜਿਹੜੇ ਸਤਸੰਗ। ਸਤਸੰਗ ਕੀ ਹੈ? ਸੱਚੀ ਸੰਗਤ, ਸੱਚ ਦਾ ਸੰਗ। ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਹੜੇ ਉਸ ਪ੍ਰਭੂ ਦਾ, ਪਾਰ ਬ੍ਰਹਮ ਦਾ, ਸੱਚ ਦਾ ਸੰਗ ਮੰਗਦੇ ਨੇ, ਉਹਨਾਂ ਨੂੰ ਉਸ ਦਾ ਰੰਗ ਚੜ ਜਾਂਦਾ ਹੈ, ਪਾਰ ਬ੍ਰਹਮ ਦਾ। ਜਿਨ ਕੋ ਹੋਏ ਆਪ ਸੁਪਰਸੰਨ, ਜਿਨ੍ਹਾਂ ਨੂੰ ਆਪ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਉਹਨਾਂ ਦੇ ਅੰਦਰ ਹੀ ਫਿਰ ਐਸੀ ਅਵਸਥਾ ਪੈਦਾ ਕਰ ਦਿੰਦਾ ਹੈ। ਕਿਸੇ ਨੂੰ ਵੈਰਾਗੀ ਕਰ ਦਿੰਦਾ, ਰਾਮ ਨਾਮ ਨਾਲ ਜੀਵ ਜੋੜ ਦਿੰਦਾ ਹੈ। ਕਈ ਇੱਛਾ ਪੈਦਾ ਕਰ ਦਿੰਦਾ ਹੈ ਕਿ ਪ੍ਰਭੂ ਨੂੰ ਖੋਜਣਾ ਹੈ। ਪਹਿਲਾਂ ਰਾਮ ਨਾਮ ਨਾਲ ਲਿਵ ਜੁੜਦੀ, ਫਿਰ ਨਾਮ ਤਿਆਗ ਕੇ ਆਤਮ ਨੂੰ ਖੋਜ ਲੈਂਦਾ ਹੈ, ਅਤੇ ਆਤਮ ਦੇ ਵਿੱਚ ਪ੍ਰਭੂ ਨੂੰ ਲੱਭ ਲੈਂਦਾ ਹੈ। ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਫਿਰ ਪ੍ਰਗਟ ਹੋ ਜਾਂਦਾ, ਦਰਸ਼ਨ ਹੋ ਜਾਂਦੇ ਨੇ। ਇੱਦਾਂ ਫਿਰ ਉਹਨਾਂ ਨੂੰ ਸੱਚ ਦਾ ਸੰਗ ਮੰਗਦੇ, ਉਹ ਪਾਰ ਬ੍ਰਹਮ ਦਾ ਰੰਗ ਚੜ ਜਾਂਦਾ ਹੈ। ਜਿਨ੍ਹਾਂ 'ਤੇ ਆਪ ਖੁਸ਼ ਹੁੰਦਾ ਹੈ, ਉਹਨਾਂ ਨੂੰ ਧਨਤਾ ਦੇ ਯੋਗ ਬਣਾ ਦਿੰਦਾ ਹੈ, ਉਹਨਾਂ ਨੂੰ ਧਨ ਬਣਾ ਦਿੰਦਾ ਹੈ। ਉਹ ਕਿਉਂਕਿ ਉਹਨਾਂ ਨੂੰ ਆਪਾ ਗਿਆਨ ਦੇ ਦਿੰਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ, ਨਾਨਕ ਧਨ 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 ਜਨ ਆਏ ਤੇ ਪ੍ਰਵਾਨ। ਉਹ ਫਿਰ ਧਨ ਹੋ ਜਾਂਦੇ ਨੇ। ਪਰ ਕੌਣ ਬਣਾਉਂਦਾ ਇਸ ਅਵਸਥਾ ਦੇ ਵਿੱਚ? ਉਹਨਾਂ ਨੂੰ ਆਪ ਪ੍ਰਭੂ, ਜਿਨ੍ਹਾਂ 'ਤੇ ਖੁਸ਼ ਹੋ ਜਾਂਦਾ ਹੈ। ਕਈ ਕੋਟ ਖਾਣੀ ਅਰ ਖੰਡ, ਕਈ ਕਰੋੜਾਂ ਉਸ ਦੀਆਂ ਖਾਣੀਆਂ ਨੇ। ਖਾਣੀਆਂ ਦੇ ਵਿੱਚ 4 ਖਾਣੀਆਂ ਨੇ, ਉਸ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਜੀਵ ਨੇ, ਅਤੇ ਉਸ ਦੇ ਖੰਡ ਨੇ ਜਿਹੜੇ, ਉਹ ਵੀ ਖੰਡ ਮੰਡਲ ਬ੍ਰਹਮੰਡ ਕਰੋੜਾਂ ਦੀ ਗਿਣਤੀ। ਕਈ ਕੋਟ ਆਕਾਸ਼ ਬ੍ਰਹਮੰਡ, ਕਰੋੜਾਂ ਦੀ ਗਿਣਤੀ ਦੇ ਵਿੱਚ ਆਕਾਸ਼ ਨੇ, ਬ੍ਰਹਮੰਡ ਨੇ। ਕਈ ਕੋਟ ਹੋਏ ਅਵਤਾਰ, ਕਰੋੜਾਂ ਦੀ ਗਿਣਤੀ ਦੇ ਵਿੱਚ ਉਸ ਵੱਲੋਂ ਪੈਦਾ ਹੋਏ ਜੀਵ ਨੇ, ਪ੍ਰਾਣੀ ਨੇ। ਕਈ ਜੁਗਤ ਕੀਨੋ ਵਿਸਥਾਰ, ਇੱਦਾਂ ਵਿਸਥਾਰ ਪੈਦਾ ਕੀਤਾ ਹੈ। ਆਪ ਆਪਣਾ ਗਿਆਨ ਦੇ ਕੇ ਜੁਗਤੀਆਂ ਦਿੰਦਾ ਹੈ, ਆਪਾਂ ਗਿਆਨ ਕਰਵਾ ਦਿੰਦਾ ਹੈ, ਸਰੀਰ ਦਾ ਵੀ ਅਤੇ ਬਾਹਰੀ ਖੰਡਾਂ ਦਾ ਵੀ, ਅਤੇ ਇਸ ਸਰੀਰ ਦੇ ਖੰਡਾਂ ਦਾ ਵੀ। ਆਪ ਗਿਆਨ ਕਿਤੇ ਅੱਜ ਤੋਂ ਨਹੀਂ ਦਿੰਦਾ ਆਇਆ, ਇਹ ਜੁਗਤੀ ਦਿੰਦਾ ਆਇਆ, ਅਨੇਕਾਂ ਜੀਵਾਂ ਤੋਂ, ਯੁਗਾਂ ਤੋਂ ਇਹ ਗਿਆਨ ਕਰਵਾਉਂਦਾ ਆਇਆ ਹੈ ਪ੍ਰਭੂ। ਕਈ ਵਾਰ ਪਸਰਿਓ ਪਸਾਰ, ਕਈ ਵਾਰ ਉਹ ਪ੍ਰਭੂ ਆਪਣਾ ਪਸਾਰਾ ਕਰ ਦਿੰਦਾ ਹੈ, ਆਪਾ ਜਨਾ ਦਿੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਫਿਰ ਲੋਕਾਂ ਨੂੰ ਭੁਲਾ ਦਿੰਦਾ ਹੈ। ਸਦਾ ਸਦਾ ਇੱਕ ਇੱਕ ਓਂਕਾਰ, ਜਦੋਂ ਜਦੋਂ ਆਪਣਾ ਗਿਆਨ ਕਰਾਉਂਦਾ ਹੈ, ਫਿਰ ਆਪਾਂ ਉਹੀ ਇੱਕ ਹੀ ਨਿਰੰਕਾਰ ਜੋ ਇੱਕ ਓਂਕਾਰ ਹੈ, ਫਿਰ ਆਪਣਾ ਗਿਆਨ ਕਰਵਾ ਦਿੰਦਾ, ਫਿਰ ਲੋਕਾਂ ਨੂੰ ਭਰਮ ਦੇ ਵਿੱਚ ਪਾ ਦਿੰਦਾ ਹੈ। ਕਈ ਕੋਟ ਕੀਨੇ ਬਹੁ ਪਾਤ, ਕਈ ਕਰੋੜ ਐਸੇ ਨੇ ਜਿਨ੍ਹਾਂ ਨੂੰ ਹੋਰ ਭਾਤ ਦੇ ਨਾਲ ਜੋੜ ਦਿੰਦਾ ਹੈ, ਵੱਖਰੀ ਵੱਖਰੀ ਭਗਤੀ ਦੇ ਵਿੱਚ ਲਾ ਦਿੰਦਾ ਹੈ। ਅਤੇ ਕਈ ਕਰੋੜ ਐਸੇ ਨੇ ਜਿਨ੍ਹਾਂ ਨੂੰ ਆਪਣੇ 'ਚ ਸਮਾ ਲੈਂਦਾ ਹੈ, ਆਪਣਾ ਰੂਪ ਬਣਾ ਲੈਂਦਾ ਹੈ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਕਰੋੜਾਂ ਜੀਵਾਂ ਨੂੰ
जुगती दे के ज्ञान दे के ਤੇ ਫਿਰ ਆਪਣੇ 'ਚ ਸਮਾ ਵੀ ਲੈਂਦਾ ਹੈ। ਜਿਸ ਪ੍ਰਭੂ ਤੋਂ ਆਪਾਂ ਪੈਦਾ ਹੋਏ ਫਿਰ ਆਪਣੇ ਸਮਾ ਲੈਂਦਾ ਹੈ। ਪਰ ਕਿਹਨਾਂ ਨੂੰ? ਜਿਨ੍ਹਾਂ ਦੇ ਅੰਦਰ ਚਾਅ ਹੈ, ਜਿਨ੍ਹਾਂ ਦੇ ਅੰਦਰ ਬੈਰਾਗ ਹੈ, ਉਹਨਾਂ ਨੂੰ ਆਪਣੇ ਤਨ ਦਾ ਗਿਆਨ ਕਰਵਾ ਦਿੰਦਾ, ਆਪਣੇ ਤਨ ਦੀ ਸੋਝੀ ਕਰਵਾ ਦਿੰਦਾ ਹੈ, ਖੰਡਾਂ ਦੀ, ਬ੍ਰਹਿਮੰਡਾਂ ਦੀ, ਕਿ ਸਾਡੇ ਸਰੀਰ ਦੇ ਵਿੱਚ ਵੀ, ਕਿਉਂਕਿ ਆਪਣਾ ਸਰੀਰ ਵੀ ਇੱਕ ਧਰਤੀ ਦੀ ਨਿਆਈ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਪਿੰਡ ਸੋ ਜਾਣੋ। ਜੋ ਬ੍ਰਹਿਮੰਡ ਵਿੱਚ ਹੈ ਉਹ ਤਨ ਦੇ ਵਿੱਚ ਵੀ ਹੈ। ਇਸ ਕਰਕੇ ਜਿਨ੍ਹਾਂ ਨੂੰ ਖੁਸ਼ ਹੁੰਦਾ ਹੈ ਉਹਨਾਂ ਨੂੰ ਇਸ ਤਨ ਦਾ ਭੇਦ ਦੇ ਦਿੰਦਾ ਹੈ। ਗੁਰਮੁਖ ਹੋਵੇ ਸੋ ਕਾਇਆ ਖੋਜੈ। ਅਤੇ ਫਿਰ ਉਹਨਾਂ ਨੂੰ ਇਹ ਗਿਆਨ ਦੇ ਕੇ ਫਿਰ ਆਪਣੇ 'ਚ ਸਮਾ ਲੈਂਦਾ ਹੈ। ਤਾ ਕਾ ਅੰਤ ਨਾ ਜਾਣੈ ਕੋਈ, ਲੇਕਿਨ ਪ੍ਰਭੂ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ। ਆਪੇ ਆਪ ਨਾਨਕ ਪ੍ਰਭੂ ਸੋਏ। ਆਪ ਹੀ ਪ੍ਰਭੂ ਹੈ, ਆਪ ਹੀ ਹਰ ਥਾਂ ਪਸਰਿਆ ਹੋਇਆ ਹੈ। ਆਪਣੇ ਤੋਂ ਹੀ ਇਹ ਸਾਰਾ ਕੁਛ ਪੈਦਾ ਕੀਤਾ ਹੈ। ਆਪ ਹੀ ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਬੈਰਾਗ ਪੈਦਾ ਕਰ ਦਿੰਦਾ, ਉਹਨਾਂ ਨੂੰ ਆਪ ਮਿਲਾ ਲੈਂਦਾ ਹੈ, ਉਹਨਾਂ ਨੂੰ ਇਸ ਤਨ ਦਾ ਭੇਦ ਦੇ ਦਿੰਦਾ ਹੈ। ਕਿਉਂਕਿ ਜੋ ਬ੍ਰਹਿਮੰਡ 'ਚ ਉਹੀ ਸਰੀਰ 'ਚ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ। ਫਿਰ ਕਰੋੜਾਂ ਦੀ ਗਿਣਤੀ ਦੇ ਵਿੱਚ ਕਈ ਕਰੋੜ ਜਿਨ੍ਹਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ। ਦਾਸ ਕਦੋਂ ਬਣਦਾ ਹੈ? ਜਦੋਂ ਆਪ ਉਹਨਾਂ ਦੇ ਹਿਰਦੇ ਵਿੱਚ, ਮਨ ਦੇ ਵਿੱਚ ਨਿਵਾਸ ਕਰ ਲੈਂਦਾ ਹੈ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮ ਦਾਸ। ਇੱਦਾਂ ਕਰੋੜਾਂ ਜੀਵਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ, ਬਣਾ ਸਕਦਾ ਹੈ ਜਾਂ ਬਣਾਏਗਾ। ਕਿਉਂਕਿ ਬਾਣੀ ਦੇ ਵਿੱਚ 3 ਕਾਲਾਂ ਦੀ ਗੱਲ ਆਉਂਦੀ ਹੈ, ਭੂਤ ਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ। ਇਸ ਕਰਕੇ ਭਵਿੱਖ ਦੇ ਵਿੱਚ ਜਿਹੜਾ ਹੈ ਐਸਾ ਹੋਏਗਾ ਕਿ ਕਰੋੜਾਂ ਹੀ ਉਸ ਪ੍ਰਭੂ ਦੇ ਦਾਸ ਹੋਣਗੇ ਜਿਨ੍ਹਾਂ ਨੂੰ ਆਪ ਪ੍ਰਭੂ ਮਿਲ ਜਾਂਦਾ ਹੈ। 3 ਹੋਵਤ ਆਤਮ ਪ੍ਰਕਾਸ਼, ਉਹਨਾਂ ਨੂੰ ਆਤਮ ਪ੍ਰਕਾਸ਼ ਹੋ ਜਾਂਦਾ ਹੈ। ਕਰੋੜਾਂ ਨੂੰ ਆਪ ਬਣਾ ਸਕਦਾ ਆਪਣੇ ਦਾਸ, ਸਮਰੱਥ ਹੈ। ਕਈ ਕੋਟ ਤਤ ਕੇ ਬੇਤੇ। ਜਿੱਥੇ ਇੱਕ ਰੂਪ ਹੋ ਜਾਂਦਾ, ਸਾਡਾ ਮਨ ਪ੍ਰਕਾਸ਼ ਰੂਪ ਹੋ ਕੇ ਉਸ ਪ੍ਰਭੂ ਦਾ ਰੂਪ ਹੋ ਜਾਂਦਾ, ਜਿਸ ਨੂੰ ਤਤ ਬੇਤਾ ਕਹਿ ਦਿੰਦੇ ਨੇ। ਉਸ ਦਾ ਹੀ ਰੂਪ ਹੋ ਜਾਂਦਾ ਹੈ ਮਨ। ਸਦਾ ਨਿਹਾਰੈ ਏਕੋ ਨੇਤਰੈ। ਸਦਾ ਫਿਰ ਇੱਕ ਦ੍ਰਿਸ਼ਟ ਹੋ ਕੇ ਉਸ ਪ੍ਰਭੂ ਨੂੰ ਦੇਖ ਕੇ ਆਨੰਦ ਮਾਣਦੇ ਨੇ। ਫਿਰ 8 ਪਹਿਰ ਮੂਹਰੇ ਵਸਦਾ ਹੈ, ਸਾਹਮਣੇ ਵਸਦਾ ਹੈ, ਜਿਸ ਨੂੰ ਆਪਾਂ ਅੱਗੇ ਵਿਚਾਰਾਂਗੇ। 8 ਪਹਿਰ ਪ੍ਰਭ ਵਸੈ ਹਜੂਰੇ। ਫਿਰ ਸਦਾ ਉਸੇ ਦੇ ਦਰਸ਼ਨ ਹੁੰਦੇ ਨੇ, ਸਦਾ ਉਹ ਸਾਹਮਣੇ ਵਸਦਾ ਹੈ। ਕਈ ਕੋਟ ਨਾਮ ਰਸ ਪੀਵੈ। ਕਰੋੜਾਂ ਦੀ ਜੀਵ ਦੇ ਵਿੱਚ ਨਾਮ ਰਸ ਨੂੰ ਪੀਵਣਗੇ। ਅਮਰ ਪਏ ਸਦ ਸਦ ਹੀ ਜੀਵੈ। ਅਤੇ ਅਮਰ ਹੋ ਕੇ ਸਦਾ ਜੀਵਨ ਹੋ ਜਾਂਦਾ ਹੈ, ਜਿੱਥੇ ਫਿਰ ਮੌਤ ਨਹੀਂ ਹੁੰਦੀ। ਇਹ ਜੀਵਨ ਕਿਸ ਦਾ ਹੋ ਜਾਂਦਾ ਹੈ? ਮਨ ਦਾ, ਸਦਾ ਹੀ। ਸਰੀਰ ਨਹੀਂ ਹੈ ਇੱਥੇ, ਕਿਉਂਕਿ ਸਰੀਰ ਨਾ ਸਮਝੋ ਕਿ ਸਰੀਰ ਕਿਸੇ ਦਾ ਵੀ ਕਦੇ ਨਹੀਂ ਰਹਿੰਦਾ। ਮਨ ਜਿਹੜਾ ਬਾਰ ਬਾਰ ਜੂਨਾਂ 'ਚ ਭਟਕਦਾ ਹੈ ਉਹ ਫਿਰ ਅਮਰ ਪਦਵੀ ਪ੍ਰਾਪਤ ਕਰ ਲੈਂਦਾ, ਜਿੱਥੇ ਇਹ ਜੂਨਾਂ ਤੋਂ ਰਹਿਤ ਹੋ ਜਾਂਦਾ। ਇਸ ਨੂੰ ਕੱਪੜੇ ਦੇ ਨਹੀਂ ਪਹਿਨਣਾ ਪੈਂਦਾ। ਇਹ ਸਦਾ ਅਮਰ ਪਦਵੀ ਦੇ ਵਿੱਚ ਮਨ ਆਪ ਹੀ ਸੱਚਖੰਡ ਦਾ ਵਾਸੀ ਹੋ ਜਾਂਦਾ, ਜਿੱਥੇ ਸਦਾ ਜੀਵਨ ਹੈ। ਜਿਵੇਂ ਪਰਮੇਸ਼ਰ ਹੈ, ਸਦਾ ਹੈ, ਇੱਦਾਂ ਮਨ ਸਾਡਾ ਵੀ ਉਸ ਵਿੱਚ ਸਮਾ ਕੇ ਅਬਿਨਾਸੀ ਹੋ ਜਾਂਦਾ ਹੈ। ਕਈ ਕੋਟ ਨਾਮ ਗੁਣ ਗਾਵੈ। ਕਰੋੜਾਂ ਜੀਵ ਫਿਰ ਉਹ ਨਾਮ ਦੇ ਗੁਣ ਵੀ ਗਾਉਣਗੇ, ਉਸ ਪ੍ਰਭੂ ਦੇ ਗੁਣ ਗਾਉਣਗੇ। ਆਤਮ ਰਸ ਸੁਖ ਸਹਿਜ ਸਮਾਵੈ। ਕਿਵੇਂ?
ਆਤਮ ਰਸ ਦੇ ਵਿੱਚ, ਸੁਖ ਦੇ ਵਿੱਚ ਸਮਾ ਕੇ ਕਈ ਕਰੋੜ ਜੀਵ ਸਮਾ ਜਾਣਗੇ। ਫਿਰ ਉਸ ਆਨੰਦ ਦਾ ਵਰਣਨ ਵੀ ਕਰਨਗੇ, ਲੋਕਾਂ ਨੂੰ, ਦੂਜਿਆਂ ਨੂੰ ਦੱਸਣਗੇ ਵੀ, ਉਸ ਦੇ ਗੁਣ ਵੀ ਗਾਉਣਗੇ। ਪਰ ਕਦੋਂ? ਸਮਾ ਕੇ ਉਸ ਦੇ ਵਿੱਚ। ਆਪਣੇ ਜਨ ਕੋ ਸਾਥ ਸਾਥ ਸੰਭਾਲੇ। ਐਸੇ ਜਿਹੜੇ ਆਪਣੇ ਉਸ ਦੇ ਜਨ ਨੇ, ਜਿਨ੍ਹਾਂ ਨੂੰ ਇਸ ਅਵਸਥਾ 'ਚ ਲੈ ਜਾਂਦਾ ਹੈ, ਉਸ ਨੂੰ ਸਾਥ ਸਾਥ ਸਿਮਰਦੇ ਨੇ ਤੇ ਪ੍ਰਭੂ ਵੀ ਉਹਨਾਂ ਨੂੰ ਸੰਭਾਲਦਾ ਹੈ, ਪ੍ਰਗਟ ਹੈ। ਸਾਥ ਸਾਥ ਉਹਨਾਂ ਨੂੰ ਸੰਭਾਲਦਾ ਹੈ। ਸੰਭਾਲਦਾ ਸਾਰਿਆਂ ਨੂੰ ਹੈ। ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿਬ ਸਾਹਿਬ। ਲੇਕਿਨ ਆਮ ਜੀਵਾਂ ਨੇ ਉਸ ਨੂੰ ਦੇਖਿਆ ਨਹੀਂ। ਤੇ ਐਸੇ ਵੀ ਕਰੋੜਾਂ ਜੀਵ ਹੋਣਗੇ ਜਿਹੜੇ ਉਸ ਪ੍ਰਭੂ ਨੂੰ ਸਾਹਮਣੇ ਦੇਖਣਗੇ, ਜੋ ਉਹਨਾਂ ਨੂੰ ਸੰਭਾਲਦਾ ਹੈ। ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਉਹ ਪਰਮੇਸ਼ਰ ਦੇ ਪਿਆਰੇ ਨੇ ਜਿਹੜੇ, ਜਿਨ੍ਹਾਂ ਨੂੰ ਆਪ ਸੰਭਾਲਦਾ ਹੈ, ਜਿਨ੍ਹਾਂ ਦੇ ਆਪ ਸਦਾ ਪ੍ਰਗਟ ਰਹਿੰਦਾ ਹੈ, ਜਿਨ੍ਹਾਂ ਤੋਂ ਆਪ ਖਜ਼ਾਨਾ ਦੇ ਕੇ ਆਪਣੇ ਗੁਣ ਗਵਾਉਂਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਹੈ। ਐਸੇ ਵੀ ਇੱਕ ਸਮਾਂ ਗੁਰਬਾਣੀ ਕਹਿ ਰਹੀ, ਕੋਟਨ ਮੇ ਨਾਨਕ ਹੋ ਨਾਰਾਇਣ ਜੀ ਚੀਤ। ਤੇ ਇੱਕ ਪਾਸੇ ਸਤਿਗੁਰੂ ਜੀ ਭਵਿੱਖ ਵਰਣਨ ਕਰ ਰਹੇ ਨੇ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਐਸੇ ਜੀਵ ਵੀ ਹੋਣਗੇ ਜਿਹੜੇ ਇਸ ਅਵਸਥਾ 'ਚ ਵਿਚਰਨਗੇ। ਪਰ ਉਹ ਕਿਹੜੇ? ਜਿਹੜੇ ਉਸ ਪ੍ਰਭੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਆਪ ਪਿਆਰ ਲਾਉਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਨਾਲ ਅਭਿਆਸ ਕਰੀਏ, ਤਾਂ ਕਿ ਆਪਾਂ ਵੀ, ਜੇ ਸਾਡੇ ਅੰਦਰ ਵੀ ਉਸ ਪ੍ਰਭੂ ਨੂੰ ਖੋਜਣ ਦੀ ਇੱਛਾ ਹੋਏਗੀ ਤੇ ਅਸੀਂ ਵੀ ਖੋਜ ਲਵਾਂਗੇ। ਜੇ ਸਾਡੇ ਅੰਦਰ ਵੀ ਵੈਰਾਗ ਹੋਏਗਾ, ਸਾਡੀ ਵੀ ਉਸ ਨਾਲ ਲਿਵ ਜੁੜ ਜਾਏਗੀ। ਇੱਕ ਨਹੀਂ ਜੁੜ ਸਕਦਾ, ਸਾਰਾ ਸੰਸਾਰ ਜੁੜ ਸਕਦਾ ਹੈ। ਇਹ ਆਪਾਂ ਗੁਰਬਾਣੀ ਵਿੱਚ ਆ ਰਹੇ 9 ਗੁਰੂ ਸਾਹਿਬਾਨਾਂ ਤੱਕ ਦੀ ਬਾਣੀ ਹੈ। ਤੇ ਜਦੋਂ ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੇ ਉਸ ਦੇ ਵਿੱਚ ਫਿਰ ਸਾਨੂੰ ਸਮਝਾਉਂਦੇ ਨੇ ਕਿ ਸਰਵੰ ਜੁਗਤਾ ਸਰਵੰ ਮੁਕਤਾ। ਅਸੀਂ ਸਾਰੇ ਹੀ ਜੁਗਤੀ ਲੈ ਕੇ ਮੁਕਤ ਹੋ ਸਕਦੇ ਹਾਂ, ਕਿਉਂਕਿ ਜਿੰਨਾ ਅੱਜ ਇਨਸਾਨ ਹੈ ਸੰਸਾਰ ਦੇ ਵਿੱਚ, ਤੇ ਜਿੰਨੀ ਉਸ ਦੀ ਰਚਨਾ ਹੈ, ਜੇ ਸਾਰਾ ਮਨੁੱਖ ਜੂਨੀ ਮੁਕਤ ਵੀ ਹੋ ਜਾਵੇ, ਫਿਰ ਵੀ ਉਸ ਦੀ ਰਚਨਾ ਦੇ ਵਿੱਚ ਕੁਛ ਘਟਣ ਵਾਲਾ ਨਹੀਂ ਹੈ, ਕਿਉਂਕਿ ਕੁਛ ਵੀ ਨਹੀਂ ਹੈ। ਮਨੁੱਖਾ ਜਾਤੀ ਬਹੁਤ ਥੋੜ੍ਹੀ ਹੈ ਗਿਣਤੀ ਦੇ ਵਿੱਚ। ਇਸ ਦੇ ਨਾਲੋਂ ਕਿਤੇ ਜ਼ਿਆਦਾ ਹੋਰ ਜੂਨਾਂ ਨੇ, ਹੋਰ ਖਾਣੀਆਂ ਨੇ, ਤੇ ਉਹ ਮਨੁੱਖ ਦੇ ਵਿੱਚ ਆ ਜਾਣਗੀਆਂ। ਇੱਥੇ ਕੁਛ ਮੁੱਕਣ ਵਾਲਾ ਨਹੀਂ ਹੈ। ਇਸ ਕਰਕੇ ਆਪਾਂ ਸਾਰੇ ਮੁਕਤ ਹੋ ਸਕਦੇ ਹਾਂ, ਕਰੋੜਾਂ ਦੀ ਗਿਣਤੀ ਦੇ ਵਿੱਚ ਮੁਕਤ ਹੋ ਸਕਦੇ ਹਾਂ। ਸੋ ਆਓ ਹੁਣ ਆਪਾਂ ਅਭਿਆਸ ਕਰੀਏ, ਕਿਉਂਕਿ ਆਪਾਂ ਖੁਦ ਦਾ ਸਵਾਰੀਏ, ਆਪਾਂ ਖੁਦ ਮੁਕਤ ਹੋਈਏ। ਜੇ ਖੁਦ ਮੁਕਤ ਹੋਵਾਂਗੇ, ਫਿਰ ਅਸੀਂ ਦੂਜਿਆਂ ਨੂੰ ਵੀ ਮੁਕਤੀ ਮਾਰਗ 'ਤੇ ਲੈ ਜਾ ਸਕਾਂਗੇ। ਆਪ ਮੁਕਤ, ਮੁਕਤ ਕਰੇ ਸੰਸਾਰ। ਨਾਨਕ ਤੇ ਜਨ ਕੋ ਸਦਾ ਨਮਸਕਾਰ। ਸੋ ਕਿਵੇਂ ਆਪਾਂ ਹੋਣਾ ਹੈ? ਇਹ ਆਪਣੇ ਅੰਦਰ ਲੋਚਾ ਹੋਣੀ ਚਾਹੀਦੀ ਹੈ, ਪਿਆਸ ਹੋਣੀ ਚਾਹੀਦੀ ਹੈ ਦਰਸ਼ਨਾਂ ਦੀ। ਉਹਨਾਂ ਨੂੰ ਹੀ ਅਬਿਨਾਸੀ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ। ਸੋ 2 ਨੇਤਰ ਨੇ, ਦੋਨਾਂ ਨੇਤਰਾਂ ਨੂੰ ਸਵਾਸ ਜਿੱਥੋਂ ਆਉਂਦਾ ਹੈ, ਇੱਥੇ ਸਮ ਕਰਨਾ ਹੈ, ਕਿਉਂਕਿ ਇੱਥੋਂ ਨਿਰੰਕਾਰ ਦਾ ਦੇਸ਼ ਸ਼ੁਰੂ ਹੋ ਜਾਂਦਾ ਹੈ। ਜੇ ਆਪਾਂ ਇੱਧਰ ਨੂੰ ਆਵਾਂਗੇ, ਅੰਤਰਗਤ ਚਲੇ ਜਾਵਾਂਗੇ। ਜੇ ਇੱਧਰ ਨੂੰ ਜਾਵਾਂਗੇ ਤੇ ਅਸੀਂ ਬਾਹਰ ਚਲੇ ਜਾਵਾਂਗੇ, ਪ੍ਰਦੇਸ਼ ਚਲੇ ਜਾਵਾਂਗੇ। ਜੇ ਇੱਧਰ ਨੂੰ ਜਾਵਾਂਗੇ, ਆਪਣੇ ਦੇਸ਼ ਚਲੇ ਜਾਵਾਂਗੇ। ਇਹ ਰਸਤਾ ਸਾਡੇ ਆਪਣੇ ਦੇਸ਼ ਨੂੰ ਜਾਂਦਾ, ਆਪਣੇ ਘਰ ਨੂੰ, ਤੇ ਇਹ ਸਾਡਾ ਰਸਤਾ ਬਗਾਨੇ ਘਰ ਚਲੇ ਜਾਂਦਾ ਹੈ। ਸੋ ਆਪਾਂ ਨੇ ਇੱਧਰਲਾ ਰਸਤਾ ਛੱਡ ਕੇ
इस रस्ते ਨੂੰ ਚੱਲਣਾ ਹੈ, ਜਿਹਨੂੰ ਕਹਿੰਦੇ ਦੂਜੀ ਛੋੜ ਕੁਵਾਟੜੀ ਇੱਕ ਸਸਿਓ ਚਿੱਤ ਲਾਏ। ਸੋ ਇਸ ਪੁਆਇੰਟ 'ਤੇ ਆਪਾਂ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ ਕਿ ਅਸੀਂ ਕਿਸ ਅਵਸਥਾ ਦੇ ਵਿੱਚ ਹਾਂ। ਅਸੀਂ ਇੱਕ ਦ੍ਰਿਸ਼ਟ ਹਾਂ, ਇੱਕ ਜੋਤ ਹਾਂ ਕਿ ਦੋ ਦ੍ਰਿਸ਼ਟ ਹਾਂ, ਦੋ ਜੋਤਾਂ ਦੇ ਵਿੱਚ ਹਾਂ। ਜਦੋਂ ਆਪਾਂ ਇਸ ਪੁਆਇੰਟ 'ਤੇ ਦੋਨਾਂ ਨੇਤਰਾਂ ਨੂੰ ਇੱਥੇ ਦ੍ਰਿਸ਼ਟੀ ਫੋਕਸ ਕਰਦੇ ਹਾਂ ਅਤੇ ਆਪਾਂ ਆਪਣੇ ਆਪ ਨੂੰ ਚੈੱਕ ਕਰਨ ਵਾਸਤੇ ਕੀ ਦੇਖਣਾ ਹੈ, ਆਪਾਂ ਇਹ ਦੇਖਣਾ ਕਿ ਸਾਨੂੰ ਆਪਣਾ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇਕਰ ਸਾਨੂੰ ਆਪਣਾ ਨੱਕ ਨਹੀਂ ਦਿਸਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ, ਇੱਕ ਜੋਤ ਹਾਂ। ਜੇ ਦਿਸਦਾ ਹੈ ਫਿਰ ਅਸੀਂ ਦੋ ਦ੍ਰਿਸ਼ਟ ਹਾਂ, ਦੋ ਜੋਤਾਂ ਦੇ ਵਿੱਚ ਹਾਂ। ਫਿਰ ਇਹ ਦੇਖਣਾ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ, ਖੱਬੇ ਦਿਸਦਾ ਜਾਂ ਦੁਵੱਲੇ ਦਿਸਦਾ ਹੈ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਹੈ ਅਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਅਸੀਂ ਪਰਖਣਾ ਹੈ। ਉਸ ਤੋਂ ਬਾਅਦ ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਫਿਰ ਸਾਹਮਣੇ ਧਿਆਨ ਲੈ ਕੇ ਇਹਦਾ ਸਾਹਮਣੇ ਲੈ, ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਸਾਹਮਣੇ ਲੈ ਆਉਣਾ ਹੈ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਸਮ ਕਰਕੇ ਦੇਖਣਾ ਹੈ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਕਿਉਂਕਿ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ ਆਪਣਾ ਨੱਕ ਪ੍ਰਕਾਸ਼ ਦਿਸਦਾ ਹੈ, ਸ਼ੀਸ਼ੇ ਦੀ ਤਰ੍ਹਾਂ ਦਿਸਦਾ ਹੈ। ਅਤੇ ਜਿਹੜੇ ਕੋਈ ਨਵਾਂ ਹੈ, ਜੇ ਕਿਸੇ ਨੂੰ ਆਪਣਾ ਨੱਕ ਦਿਸਦਾ ਹੈ, ਮਾਸ ਦਿਸਦਾ ਹੈ, ਨਜ਼ਰ ਆਉਂਦਾ ਹੈ, ਉਸ ਨੇ ਜਦੋਂ ਫਿਰ ਆਪਾਂ ਵਾਪਸ ਆ ਕੇ ਦੇਖਣਾ ਹੈ, ਇਹ ਦੇਖਣਾ ਕਿ ਨੱਕ ਦਿਸ ਨੂੰ ਹਟਿਆ। ਜੇ ਦਿਸ ਨੂੰ ਹਟ ਗਿਆ ਤੇ ਅਸੀਂ ਇੱਕ ਦ੍ਰਿਸ਼ਟ ਹੋ ਗਏ। ਜਾਂ ਖੱਬੇ ਪਾਸੇ ਹਲਕਾ ਹਲਕਾ ਪਰਛਾਈ ਨਜ਼ਰ ਆਉਂਦੀ, ਕਿਉਂਕਿ ਇਸ ਪਾਸੇ ਨਹੀਂ, ਇਹ ਸਾਡਾ ਨੇਤਰ ਇੱਧਰ ਆਉਣਾ ਹੈ। ਇਸ ਪਾਸੇ ਜੇ ਸਾਨੂੰ ਹਲਕੀ ਹਲਕੀ ਪਰਛਾਈ ਨਜ਼ਰ ਆਉਂਦੀ ਹੈ ਫਿਰ ਵੀ ਆਪਾਂ ਇੱਕ ਦ੍ਰਿਸ਼ਟ ਹਾਂ। ਲੇਕਿਨ ਹਲੇ ਮੈਲ ਹੈ ਜਿਹੜੀ, ਜਦੋਂ ਅਭਿਆਸ ਕਰਾਂਗੇ ਤੇ ਇਸੇ ਪਾਸੇ ਸਾਨੂੰ ਸ਼ੀਸ਼ੇ ਦੀ ਤਰ੍ਹਾਂ ਲਿਸ਼ਕਣ ਲੱਗ ਜਾਏਗਾ, ਪ੍ਰਕਾਸ਼ ਹੋ ਜਾਏਗਾ। ਸੋ ਆਓ ਸਮ ਕਰੀਏ, ਨੇਤਰ ਸਮ ਕਰਕੇ ਆਪਣੇ ਆਪ ਨੂੰ ਥੋੜਾ ਦੇਖੀਏ। सामने लेके आइए ध्यान। मस्तक के सामने ले जाओ, पलक उत्ते फिर सामने लेके आइए।
फिर नक ते सम करके देखिए, नेत्रा सम करके फिर इस पॉइंट ते देखिए, दृष्टि फोकस करके अपने आप में देखिए। जे कोई नवा जीव जिस नक दिसता सी उसने हुण देखना है कि नक दिसनों हट गया, तो दूजिया ने अपने प्रकाश रूप के दर्शन करने ने। अपने आप नूं चैक करना हुंदा, देखना हुंदा कि सानू किते मैल तां नहीं लगी, साडा मुख उजल है, साडा मुख चमक रहा हीरे की तरह। नीचे लै जो ध्यान, ध्यान नीचे लै जो। जो आपां थल्ले चादर विछी है, फर्श जो भी है, क्योंकि ज़्यादातर आपां जी बैड ते बैठ के अभ्यास करते हैं। जो कोई थल्ले भी बैठा है फर्श तो या चादर तो थोड़ा ऊपर देखने की कोशिश करनी है। आप इत्थे सानू प्रकाश अनुभव होना शुरू हो जाएगा। जिमें सरोवर दे विच जलदियां तरंगा होंदियां ने, लहरां होंदियां ने, इदां ही इत्थे सानू प्रकाश दी एक हलचल अनुभव होनी शुरू हो जाती है। अब फिर सम करके अपने आप नू देखिए। फिर नीचे लै जो ध्यान।
ਆਓ ਫਿਰ ਸਮ ਕਰਕੇ ਦੇਖੀ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਉਸ ਪ੍ਰਭੂ ਨੂੰ ਜਾਣ ਸਕਦੇ ਹਾਂ, ਉਸ ਦੀ ਉਸਤਤ ਕਰ ਸਕਦੇ ਹਾਂ ਜਿਸ ਨੇ ਇਹ ਰਚਨਾ ਰਚੀ ਹੈ। ਪਰ ਉਸਤਤ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਆਪਾਂ ਉਸ ਨੂੰ ਜਾਣ ਲਵਾਂਗੇ, ਉਸ ਨੂੰ ਦੇਖ ਲਵਾਂਗੇ। ਅਨੇਕਾਂ ਜਨ ਉਸ ਦੀ ਉਸਤਤ ਕਰ ਸਕਦੇ ਨੇ, ਕਰੋੜਾਂ ਦੀ ਗਿਣਤੀ ਦੇ ਵਿੱਚ ਉਸ ਨੂੰ, ਉਸ ਦੇ ਗੁਣ ਗਾ ਸਕਦੇ ਨੇ, ਜਿਨ੍ਹਾਂ ਤੇ ਪ੍ਰਭੂ ਖੁਸ਼ ਹੁੰਦਾ ਹੈ, ਜਿਨ੍ਹਾਂ ਤੇ ਦਇਆ ਕਰਦਾ ਹੈ, ਜਿਨ੍ਹਾਂ ਨੂੰ ਪਿਆਰ ਕਰਦਾ ਹੈ। ਸੋ ਆਓ ਪਿਆਰਿਓ, ਆਪਾਂ ਸਾਰੇ ਹੀ ਉਸ ਪ੍ਰਭੂ ਦੇ ਕੁੱਕਰ ਹਾਂ, ਕਿਉਂਕਿ ਕੁੱਕਰ ਬਣਨਾ ਹੈ। ਕੁੱਕਰ ਕਹਿ ਦਿੰਦੇ ਕੁੱਤੇ ਨੂੰ। ਇੱਕ ਗੁਰਮੁਖ ਨੇ ਕਮੈਂਟ ਵੀ ਕੀਤਾ ਹੈ, ਕਤੀਹੜ, ਜਿੱਥੇ ਜ਼ਿਆਦਾ ਸਾਰੇ ਕੁੱਤੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਕਤੀਹੜ ਕਹਿ ਦਿੰਦੇ ਨੇ। ਤੇ ਨਵਾਂ ਗੁਰਮੁਖ ਆਇਆ ਆਪਣੀ ਸੰਗਤ 'ਚ, ਜਿਸ ਨੇ ਪਰਖ ਕੀਤੀ ਹੈ, ਤੇ ਆਪਾਂ ਭਾਗਾਂ ਵਾਲੇ ਕਿ ਆਪਾਂ ਵੀ ਉਸ ਪ੍ਰਭੂ ਦੇ ਦਰ ਦੇ ਕੁੱਤੇ ਹਾਂ। ਏਤੇ ਕੁੱਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ। ਤੇ ਅਸੀਂ ਭੌਂਕਦੇ ਹਾਂ, ਇਕੱਠੇ ਹੋ ਕੇ ਸੁਣਦੇ ਹਾਂ। ਸੋ ਉਸ ਮਾਲਕ ਦੇ ਕੁੱਕਰ ਬਣਨਾ ਹੈ, ਕਿਉਂਕਿ ਬਾਬਾ ਕਬੀਰ ਜੀ ਵੀ ਆਪਣੇ ਆਪ ਨੂੰ ਕੁੱਕਰ ਦੱਸਦੇ ਨੇ। ਕਬੀਰ ਕੁੱਕਰ ਰਾਮ ਕੋ, ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੀਵਰੀ, ਜੇ ਖਿੱਚੈ ਤਹਿ ਜਾ। ਸੋ ਪਿਆਰਿਓ, ਇੰਨੇ ਕੁ ਵਿਚਾਰ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।